ਮਣੀਪੁਰ ਦਾ ਇਤਿਹਾਸ ਕੀ ਕਹਿੰਦਾ? ਕੀ ਮਣੀਪੁਰ ਦੇ ਵਿੱਚ ਰਹਿੰਦੇ ਕਬੀਲੇ ਹਮੇਸ਼ਾ ਤੋਂ ਇੱਕ ਦੂਜੇ ਨਾਲ ਟਕਰਾਅ ਵਿੱਚ ਸੀਗੇ? ਦੇਖੋ, ਜੋ ਹੁਣ ਦ੍ਰਿਸ਼ ਸਾਹਮਣੇ ਆ ਰਿਹਾ ਉਹ ਤਾਂ ਇਉਂ ਸਾਹਮਣੇ ਆ ਰਿਹਾ ਵੀ ਜਿਵੇਂ 47 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਹਿੰਦੂ ਮੁਸਲਮਾਨ ਜਾਂ ਸਿੱਖ ਮੁਸਲਮਾਨ ਲੜ ਰਹੇ ਸੀ। ਹੁਣ ਤਾਂ ਇਹ ਉਹੋ ਜਿਹਾ ਦ੍ਰਿਸ਼ ਹੈ। ਜਾਂ ਇੱਕ ਤਰ੍ਹਾਂ ਜਿਵੇਂ ਗੁਜਰਾਤ ਦੇ ਵਿੱਚ ਹਿੰਦੂ ਭਾਈਚਾਰੇ ਵੱਲੋਂ ਮੁਸਲਮਾਨਾਂ ਦਾ ਜਥੇਬੰਦ ਢੰਗ ਨਾਲ ਕਤਲੇਆਮ ਕੀਤਾ ਗਿਆ ਸੀ, ਉਸ ਢੰਗ ਨਾਲ ਮਤਈ ਭਾਈਚਾਰੇ ਵੱਲੋਂ ਕੁੱਕੀ ਜਿਹੜੇ ਕਬੀਲੇ ਨੇ ਉਹਨਾਂ ਦੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ। ਪਰ ਇਹ ਗੱਲ ਐਂ ਨਹੀਂ ਹੈ ਵੀ ਇਹ ਲੋਕ ਸਦਾ ਤੋਂ ਹੀ ਲੜਦੇ ਆ ਰਹੇ ਨੇ। ਸਗੋਂ ਗੱਲ ਇਹ ਹੈ ਵੀ ਇਹ ਲੋਕ ਤਾਂ ਭਾਰਤੀ ਰਾਜ ਦੇ ਖਿਲਾਫ ਇਹ ਤੋਂ ਪਹਿਲਾਂ, ਜਾਣੀ ਅੱਜ ਤੋਂ ਲਗਭਗ 15-20 ਸਾਲ ਪਹਿਲਾਂ ਤੱਕ ਤਾਂ ਇਹ ਭਾਰਤੀ ਰਾਜ ਦੇ ਖਿਲਾਫ ਰਲ ਕੇ ਲੜਦੇ ਆ ਰਹੇ ਸੀ। ਕਿਉਂਕਿ ਨਾਰਥ ਈਸਟ ਦੇ ਜਿਹੜੇ ਸੂਬੇ ਨੇ ਉਹਨਾਂ ਦੀ ਪਿਛੋਕੜ 'ਚ ਮੈਂ ਸੰਖੇਪ 'ਚ ਗੱਲ ਕਰਾਂ ਤਾਂ ਗੱਲ ਇਹ ਹੈ ਵੀ ਇਹ ਸੂਬੇ ਭਾਰਤ ਦਾ ਪਹਿਲਾਂ ਕਦੇ ਅੰਗ ਨਹੀਂ ਸੀਗੇ। ਇਹ ਤਾਂ 47 ਤੋਂ ਮਗਰੋਂ ਭਾਰਤੀ ਰਾਜ ਨੇ ਆਪਦੀਆਂ ਪਸਾਰਵਾਦੀ ਨੀਤੀਆਂ ਤਹਿਤ ਧੱਕੇ ਨਾਲ ਦੱਬੇ ਹੋਏ ਨੇ। ਜਿਵੇਂ ਸਿੱਕਮ ਵੀ ਬਹੁਤ ਮਗਰੋਂ ਦੱਬਿਆ ਉਹਨਾਂ ਨੇ, ਨਾਗਾਲੈਂਡ ਹੈ, ਮਨੀਪੁਰ ਆ, ਮਿਜ਼ੋਰਮ ਆ, ਇੱਥੋਂ ਤੱਕ ਕਿ ਅਸਾਮ ਦੇ ਹਿੱਸੇ ਆ ਜਿਹੜੇ। ਅੰਗਰੇਜ਼ੀ ਰਾਜ ਦੇ ਵੇਲੇ ਵੀ ਇੱਥੇ ਅੱਡ ਰਿਆਸਤਾਂ ਰਹੀਆਂ, ਉਹਨਾਂ ਦੀਆਂ ਅੰਗਰੇਜ਼ਾਂ ਨਾਲ ਸੰਧੀਆਂ ਹੋਈਆਂ ਰਹੀਆਂ। ਪਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਦੇ ਹਾਕਮਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਵੇਂ ਕਸ਼ਮੀਰ ਨੂੰ ਧੋਖੇ ਨਾਲ ਰਲਾਇਆ ਪਾਕਿਸਤਾਨ ਦੇ ਹਮਲੇ ਦੇ ਬਹਾਨੇ ਹੇਠ, ਆਈ ਇਹਨਾਂ ਨੂੰ ਕਿਸੇ ਨਾਲ ਕੋਈ ਸਮਝੌਤਾ ਕਰਕੇ, ਕਿਸੇ ਨੂੰ ਕਿਵੇਂ ਡਰਾਵਾ ਦੇ ਕੇ, ਕਿਸੇ ਨੂੰ ਜਬਰੀ ਦੱਬ ਕੇ ਵਾਅਦੇ ਇੱਥੇ ਵੀ ਉਹਨਾਂ ਨਾਲ ਆਈ ਕੀਤੇ ਵੀ ਇਹ ਤਾਂ ਵਕਤੀ ਗੱਲ ਹੈ, ਕੋਈ ਨਾ, ਇਹ ਤੁਹਾਡਾ ਬਾਅਦ 'ਚ ਕਰਾਂਗੇ ਨਿਬੇੜਾ, ਇਹਦਾ ਤੁਹਾਨੂੰ ਆਹ ਹੱਕ ਦਿਆਂਗੇ, ਆਹ ਕਰਾਂਗੇ। ਇਸ ਕਰਕੇ ਹੀ ਜਿਹੜੀ ਧਾਰਾ 371 ਵੀ ਹੈ ਉਹ ਨਾਰਥ ਈਸਟ ਦੇ ਸੂਬਿਆਂ ਨਾਲ ਸੰਬੰਧਿਤ ਹੈ ਅਤੇ ਉੱਥੋਂ ਦਾ ਸੱਭਿਆਚਾਰ ਭਾਰਤ ਦੇ ਇੱਧਰ ਦੇ ਬਾਕੀ ਲੋਕਾਂ ਨਾਲੋਂ, ਖਾਸ ਕਰਕੇ ਨਾਰਥ ਇੰਡੀਆ ਦੇ ਸੱਭਿਆਚਾਰ ਨਾਲੋਂ ਬਹੁਤ ਵੱਖਰਾ ਹੈ। ਉਹ ਕਬੀਲੇ ਨੇ, ਉਹ ਵਿਕਾਸ ਦੇ ਵੈਸੇ ਵੀ ਅੱਡ-ਅੱਡ ਪੜਾਵਾਂ 'ਤੇ ਨੇ, ਉਹਨਾਂ 'ਚੋਂ ਕੁਛ ਵੱਧ ਵਿਕਸਿਤ ਨੇ। ਜਿਹੜੇ ਸ਼ਹਿਰੀ ਸੈਂਟਰ ਨੇ ਉਹਦੇ ਆਲੇ ਦੁਆਲੇ ਦੀ ਆਬਾਦੀ ਹੈ ਜਿਹੜੀ ਉਹ ਕੰਪੈਰੇਟਿਵਲੀ ਵਿਕਸਿਤ ਹੈ। ਜਿਹੜੇ ਬਿਲਕੁਲ ਜੰਗਲਾਂ 'ਤੇ ਨਿਰਭਰ ਲੋਕ ਨੇ ਉਹ ਜ਼ਿਆਦਾ ਪਛੜੇ ਹੋਏ ਨੇ। ਉਹਨਾਂ ਦੀਆਂ ਆਪਦੀਆਂ ਰਹੁ ਰੀਤਾਂ, ਆਪਦਾ ਰਹਿਣ ਸਹਿਣ ਦਾ ਢੰਗ, ਆਪਦਾ ਰਾਜ ਕਰਨ ਦੇ ਢੰਗ ਵੀ ਉਹਨਾਂ ਦੀ। ਹੁਣ ਨਾਗਾਲੈਂਡ ਹੈ, ਨਾਗਾਲੈਂਡ ਬਿਲਕੁਲ ਇੱਕ ਵੱਖਰਾ ਮੁਲਕ ਹੈ, ਉਹ ਕਲੇਮ ਹੀ ਐ ਕਰਦੇ ਨੇ ਮੁਲਕ ਹੈ। ਉਹਨਾਂ ਦੀ ਬਕਾਇਦਾ ਆਰਮੀ ਰਹੀ ਹੈ, ਉਹ ਆਰਮੀ ਦੇ ਨਾਲ ਭਾਰਤੀ ਰਾਜ ਦੇ ਸਮਝੌਤੇ ਨੇ, ਮਤਲਬ ਜੰਗਬੰਦੀ ਹੁੰਦੀ ਰਹੀ ਹੈ। ਉਹਨਾਂ ਦੀਆਂ ਫੌਜਾਂ ਬਕਾਇਦਾ, ਉਹਨਾਂ ਦੇ ਹਥਿਆਰ ਜਮ੍ਹਾਂ ਕਰਾਏ ਹੋਏ ਨੇ ਉੱਥੇ, ਉਹਨਾਂ ਦਾ ਬਕਾਇਦਾ ਰਾਸ਼ਟਰਪਤੀ ਬਣਦਾ ਰਿਹਾ। ਯਾਨੀ ਕਿ 47 ਤੋਂ ਬਾਅਦ ਵੀ ਇਹ ਸੂਬੇ ਮਣੀਪੁਰ, ਮਿਜ਼ੋਰਮ, ਨਾਗਾਲੈਂਡ ਇਹ ਆਪਦੇ ਆਪ ਨੂੰ ਵੱਖਰਾ ਨੇਸ਼ਨ ਕਹਾਉਂਦੇ ਰਹੇ। ਹਾਂ, ਇੱਕ ਤਰ੍ਹਾਂ ਵੱਖਰੇ ਮੁਲਕ ਵਜੋਂ ਉਹ ਆਪਦੀ ਸ਼ਨਾਖਤ ਦਾ ਦਾਅਵਾ ਕਰਦੇ ਰਹੇ ਆ ਅਤੇ ਇਸ ਸ਼ਨਾਖਤ ਦੀ ਰਾਖੀ ਵਾਸਤੇ ਉਹ ਲੜਦੇ ਰਹੇ ਆ। ਅਤੇ ਭਾਰਤੀ ਹਾਕਮ ਜਿਹੜਾ ਮੁੱਖ ਤੌਰ 'ਤੇ ਉੱਤਰੀ ਭਾਰਤ ਦਾ, ਜਿਹਨੂੰ ਇਹ ਮਤਲਬ ਇੱਕ ਤਰ੍ਹਾਂ ਇੰਡੀਆ ਕਲੇਮ ਕਰ ਦਿੰਦੇ ਆ, ਉਹ ਸੱਭਿਆਚਾਰ, ਉਹ ਰਹੁ ਰੀਤਾਂ ਰਿਵਾਜ ਉਹਨਾਂ 'ਤੇ ਥੋਪਣ ਦੀ ਕੋਸ਼ਿਸ਼ ਕਰਦੇ ਰਹੇ ਆ। ਅਤੇ ਇਹਦੇ ਖਿਲਾਫ ਉੱਥੇ ਬਹੁਤ ਜ਼ੋਰਦਾਰ ਰਿਜ਼ੈਂਟਮੈਂਟ ਹੈ। ਇਸ ਰਿਜ਼ੈਂਟਮੈਂਟ 'ਚੋਂ ਹੀ ਇਸ ਲੜਾਈ, ਜਾਣੀ ਕਿ ਇੱਕ ਤਰ੍ਹਾਂ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਭਾਰਤੀ ਰਾਜ ਦਾ ਦਾਅਵਾ, ਉਹਦੇ ਖਿਲਾਫ ਉੱਥੇ ਲਹਿਰਾਂ ਚੱਲੀਆਂ। ਉਹ ਲਹਿਰਾਂ ਨੂੰ ਜਦੋਂ ਇਹ ਕੁਚਲਣ ਤੁਰੇ, ਇਹਨਾਂ ਨੇ ਉੱਥੇ ਆਪਸਪਾ ਮੜਿਆ, ਇੱਥੇ ਉਹਨਾਂ ਨੇ NSA ਜੇ ਉਹ ਜਿਹੜੇ ਵੀ ਇਹਨਾਂ ਦੇ ਜਾਬਰ ਕਾਨੂੰਨ ਆ ਉਹ ਲਾਏ, ਗੜਬੜ ਗ੍ਰਸਤ ਇਲਾਕਾ ਕਰਾਰ ਦਿੱਤਾ ਨਾਰਥ ਈਸਟ ਦੇ ਕਿੰਨੇ ਇਲਾਕਿਆਂ ਨੂੰ, ਅਤੇ ਉੱਥੇ ਫੌਜਾਂ, ਅਤੇ ਉਹਨਾਂ ਨੇ ਜਿੰਨਾ ਕਤਲੇਆਮ ਕੀਤਾ ਉਹਨੇ ਉਹਨਾਂ ਦੀ ਬੇਗਾਨਗੀ ਹੋਰ ਵਧਾਈ, ਭਾਰਤੀ ਰਾਜ ਨਾਲੋਂ ਦੂਰੀ। ਅਤੇ ਉਸ ਦਾ ਸਿੱਟਾ ਹੈ ਵੀ ਉੱਥੇ ਬਹੁਤ ਜ਼ੋਰਦਾਰ ਕੌਮੀ ਉਮੰਗਾਂ ਲੋਕਾਂ 'ਚ ਮੌਜੂਦ ਹੈ। ਉਹਨਾਂ ਕਬੀਲਿਆਂ ਦੇ ਲੋਕਾਂ 'ਚ ਅੱਡ-ਅੱਡ ਕੌਮੀਅਤਾਂ, ਅਸਲ 'ਚ ਕੌਮੀਅਤਾਂ ਦੀਆਂ ਵੀ ਸ਼ਨਾਖਤਾਂ ਪੂਰੀਆਂ ਉੱਭਰੀਆਂ ਨਹੀਂ। ਜਿਵੇਂ ਨਾ ਇਹਨੂੰ ਐਂ ਸਮਝਣਾ ਚਾਹੀਦਾ ਵੀ ਪੰਜਾਬੀ ਕੌਮ ਇੱਕ ਮੁਕਾਬਲਤਨ ਵਿਕਸਿਤ ਕੌਮ ਹੈ, ਇਹਦੀ ਇੱਕ ਵੱਖਰੀ ਸ਼ਨਾਖਤ ਬਣਦੀ ਹੈ। ਬੰਗਾਲੀ ਕੌਮ ਆ ਜਿਹੜੀਆਂ ਇੱਥੇ ਮੁਕਾਬਲਤਨ, ਮੰਨ ਲਓ ਗੁਜਰਾਤੀ ਹੈ, ਵੀ ਇਹ ਕੌਮਾਂ ਜਿਹੜੀਆਂ ਭਾਰਤ 'ਚ ਵਸਦੀਆਂ, ਇਹਨਾਂ ਦੀਆਂ ਆਪਦੀਆਂ ਵੱਖਰੀਆਂ ਉੱਭਰੀਆਂ ਹੋਈਆਂ ਸ਼ਨਾਖਤਾਂ। ਉੱਥੇ ਹਲੇ ਕੌਮੀਅਤਾਂ ਵੀ ਅੱਡ-ਅੱਡ ਵਿਕਾਸ ਦੇ ਪੜਾਵਾਂ 'ਤੇ ਹੈ। ਕਿਸੇ ਦੀ ਸ਼ਨਾਖਤ ਬਕਾਇਦਾ ਉੱਭਰੀ ਹੈ, ਕੋਈ ਹਲੇ ਕਬੀਲਿਆਂ ਦੇ ਪੜਾਅ 'ਤੇ ਨੇ। ਪਰ ਭਾਰਤੀ ਰਾਜ ਜਾਂ ਭਾਰਤੀ ਜਿਹੜਾ ਬਾਕੀ ਉੱਤਰੀ ਭਾਰਤ ਦਾ ਸੱਭਿਆਚਾਰ ਇਹਦੇ ਨਾਲੋਂ ਬਹੁਤ ਅਲੱਗਾ ਨੇ। ਇਹ ਜਿਹੜੀ ਹਾਲਤ ਆ ਉੱਥੇ, ਆਹ 2015, 10-12 ਤੱਕ ਹੀ ਦੋ ਵੱਡੀਆਂ ਘਟਨਾਵਾਂ ਮਨੀਪੁਰ ਦੀਆਂ। ਉਹਨਾਂ ਨੇ ਔਰਤਾਂ ਨਾਲ ਰੇਪ ਕੀਤਾ, ਉਹਦੇ ਰੋਸ ਵਜੋਂ ਔਰਤਾਂ ਨੇ ਕੱਪੜੇ ਉਤਾਰ ਕੇ ਅਤੇ ਉੱਥੇ ਪ੍ਰੋਟੈਸਟ ਕੀਤਾ ਅਸਾਮ ਰਾਈਫਲਸ ਦੇ ਉਹਦੇ ਦਫ਼ਤਰ ਦੇ ਅੱਗੇ। ਰੋਮ ਸ਼ਰਮੀਲਾ ਦਾ ਮਰਨ ਵਰਤ ਕਿੰਨਾ ਚਿਰ ਚੱਲਦਾ ਰਿਹਾ। ਬਹੁਤ ਵੱਡੀ ਮੰਗ ਉੱਥੋਂ ਦੀ ਵੀ ਆਪਸਪਾ ਹਟਾਓ ਅਤੇ ਫੌਜਾਂ ਬਾਹਰ ਕੱਢੋ। ਇਹਦੇ ਖਿਲਾਫ ਬਹੁਤ ਜ਼ੋਰਦਾਰ ਲੜਾਈ ਮਨੀਪੁਰ ਅਤੇ ਨਾਗਾਲੈਂਡ ਇਹ ਮੋਹਰੀ ਸੂਬਿਆਂ 'ਚ ਰਹੇ ਆ ਨਾਰਥ ਈਸਟ ਦੀਆਂ ਮੂਵਮੈਂਟਾਂ ਦੇ। ਪਿਛੋਕੜ ਪੱਖੋਂ ਦਾ ਗੱਲ ਇਹ ਵੀ ਮਤਈ ਭਾਈਚਾਰਾ ਇਹ ਭਾਰਤੀ ਰਾਜ ਦੇ ਖਿਲਾਫ ਇਹਨਾਂ ਦੀ ਲੋਕ ਮੁਕਤੀ ਸੈਨਾ ਬਣੀ ਹੋਈ ਸੀ। ਉਹਦੇ ਵੱਲੋਂ ਇੰਫਾਲ ਦੇ ਵਿੱਚ ਇਹਨਾਂ ਦਾ ਬਕਾਇਦਾ ਹੈੱਡਕੁਆਟਰ ਸੀ ਅਤੇ ਭਾਰਤੀ ਫੌਜ ਦੀ ਇਹ ਜ਼ਰੂਰਤ ਨਹੀਂ ਸੀ ਵੀ ਉਸ ਹੈੱਡਕੁਆਟਰ ਨੂੰ ਉਖਾੜ ਸਕੇ।
ਭਾਰਤੀ ਫੌਜ ਦੇ ਅੱਡ ਇੰਫਾਲ ਦੇ ਬਾਹਰ ਬਣੇ ਹੋਏ ਬੈਰਕਾਂ ਸੀ ਜਾਂ ਇਹਨਾਂ ਦੇ ਉਹ ਬਣੇ ਹੋਏ ਦਫ਼ਤਰ ਸੀ, ਤੇ ਇੰਫਾਲ ਦੇ ਸੈਂਟਰ ਦੇ ਵਿੱਚ ਲੋਕ ਮੁਕਤੀ ਸੈਨਾ ਦੇ ਬਕਾਇਦਾ ਝੰਡੇ ਲੱਗੇ ਹੁੰਦੇ ਸੀ ਉਹਨਾਂ ਦੇ ਦਫ਼ਤਰਾਂ ਤੇ ਜਿਹੜੇ ਮਤਈ ਸੀ ਤੇ ਮਤਈਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ, ਕਤਲ ਹੋਣੇ, ਇਹਦੇ ਖਿਲਾਫ ਉੱਥੇ ਪ੍ਰੋਟੈਸਟ ਹੁੰਦੇ ਰਹੇ ਆ। ਭਾਰਤ ਦੇ ਜਿਹੜੇ ਜਮਹੂਰੀ ਹੱਕਾਂ ਦੇ ਕਾਰਕੁਨ ਹੈ ਉਹ ਮਨੀਪੁਰ ਜਾ ਕੇ ਮਤਈਆਂ ਦੇ ਜ਼ਬਰ ਦੇ ਮਸਲੇ ਨੂੰ ਲੈ ਕੇ ਰਿਪੋਰਟਾਂ ਛਾਪਦੇ ਰਹੇ ਆ, ਰਿਪੋਰਟਾਂ ਆਉਂਦੀਆਂ ਰਹੀਆਂ ਉੱਥੋਂ। ਤੇ ਲੋਕ ਮੁਕਤੀ ਸੈਨਾ ਸੀ ਜਿਹੜੀ ਮਤਈ ਭਾਈਚਾਰੇ ਦੀ, ਇਹ ਅਪੀਲਾਂ ਕਰਦੀ ਰਹੀ ਹੈ ਕੁੱਕੀ ਜਿਹੜੇ ਮੀਜ਼ੋ ਜਾਂ ਜਿਹੜੇ ਨਾਗਾ ਵੀ ਆਪਾਂ ਰਲ ਕੇ ਇੰਡੀਅਨ ਸਟੇਟ ਦੇ ਖਿਲਾਫ ਲੜੋ, ਰਲ ਕੇ ਇੰਡੀਅਨ ਸਟੇਟ ਦੇ ਖਿਲਾਫ ਲੜਦੇ ਵੀ ਰਹੇ ਆ, ਜੁਆਇੰਟ ਐਕਸ਼ਨ ਹੁੰਦੇ ਰਹੇ ਆ। 15 ਅਗਸਤ ਤੇ 26 ਜਨਵਰੀ ਇੰਫਾਲ ਦੀ ਇਸੇ ਵਾਦੀ 'ਚ ਜਿੱਥੇ ਮਤਈ ਵਸਦੇ ਆ, ਇਹਨਾਂ ਪ੍ਰੋਗਰਾਮਾਂ ਦੇ ਮੁਕੰਮਲ ਬਾਈਕਾਟ ਹੁੰਦੇ ਰਹੇ ਆ। ਜਿਹੜੀ ਜਦੋਂ 15 ਅਗਸਤ 26 ਜਨਵਰੀ ਸਾਂਝੇ ਬਾਈਕਾਟ ਜਦੋਂ ਮਨਾਉਣ ਦੀ ਗੱਲ ਕਰਦੇ ਸੀ ਭਾਰਤੀ ਰਾਜ ਉੱਥੇ, ਤੇ ਉੱਥੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਹੜਤਾਲ ਵਰਗੇ ਮਾਹੌਲ ਬਣਦੇ ਰਹੇ ਆ ਵੀ ਇਹ ਅਸੀਂ ਨਹੀਂ ਮਨਾਉਣੇ, ਇਹ ਸਾਡੇ ਤਾਂ ਇਹ 15 ਅਗਸਤ 26 ਜਨਵਰੀ ਇਹ ਤਾਂ ਸਾਨੂੰ ਦੱਬਣ ਦੇ ਦਿਨ ਨੇ। ਉਹ ਇਹਨੂੰ ਐਂ ਲੈਂਦੇ ਰਹੇ ਆ ਲੋਕ ਵੀ ਇਹ ਤਾਂ ਭਾਰਤ ਤੁਹਾਡੇ ਹੋਣਗੇ, ਆਜ਼ਾਦੀ ਦੇ ਭਾਰਤ ਦੇ ਹਾਕਮਾਂ ਦੇ, ਸਾਨੂੰ ਤਾਂ ਕੁਚਲਿਆ, ਸਾਡੀਆਂ ਤਾਂ ਕੌਮੀ ਜਿਹੜੀਆਂ ਪਛਾਣਾਂ ਸੀ ਉਹਨਾਂ ਨੂੰ ਕੁਚਲਿਆ, ਸਾਨੂੰ ਧੱਕੇ ਨਾਲ ਤੁਸੀਂ ਭਾਰਤੀ ਰਾਜ ਨਾਲ ਨਰੜ ਕੇ ਰੱਖਿਆ ਹੋਇਆ। ਇਹ ਮਾਹੌਲ ਰਿਹਾ ਹੁਣ ਤੋਂ ਥੋੜ੍ਹੇ ਸਾਲ ਪਹਿਲਾਂ ਤੱਕ ਹੀ। ਯਾਨੀ ਕਿ ਮਤਈ ਕੁਕੀ ਨਾਗੇ ਇਕੱਠੇ ਹੋ ਕੇ ਲੜਦੇ ਨੇ ਇੰਡੀਅਨ ਸਟੇਟ ਦੇ ਖਿਲਾਫ। ਹਾਂ, ਉਹਨਾਂ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਦਾ ਉਹਨਾਂ ਦਾ ਬਹੁਤ ਸ਼ਾਨਦਾਰ ਇਤਿਹਾਸ ਹੈ। ਇਹ ਠੀਕ ਹੈ ਵੀ ਕਬੀਲਿਆਂ 'ਚ ਛੋਟੇ-ਮੋਟੇ ਆਪਸੀ ਝਗੜੇ, ਆਪਸੀ ਬਖਰੇਵੇਂ ਜਿਹੜੇ ਕਿ ਉਹਨਾਂ ਦੀਆਂ ਸੱਭਿਆਚਾਰਕ ਪਛਾਣਾਂ ਨਾਲ ਵੀ ਜੁੜੇ ਹੋਏ ਆ, ਉਹ ਹੁੰਦੇ ਆ, ਉਹ ਸੀਗੇ। ਉਹ ਵੀ ਜਿੰਨੇ ਕੁ ਡੂੰਘੇ ਹੋਏ ਉਹ ਭਾਰਤੀ ਰਾਜ ਨੇ ਸੋਚ ਕੇ ਡੂੰਘੇ ਕੀਤੇ ਆ। ਐਂ ਨਹੀਂ ਹੈ ਵੀ ਉਹ ਤਾਂ ਇੱਥੇ ਨਹੀਂ, ਕਿਹੜਾ ਡੂੰਘੇ ਨਹੀਂ ਕਰਦੇ। ਪੰਜਾਬ ਹਰਿਆਣੇ ਦੇ ਲੋਕਾਂ ਦੀ ਕੀ ਲੜਾਈ ਸੀ, ਇੱਥੇ ਲੜਾਈ ਪਾਉਂਦੇ ਨੇ ਉਹ ਕਦੇ ਉਹ ਤਾਮਿਲਨਾਡੂ ਤੇ ਕਰਨਾਟਕ ਦੇ ਵਿੱਚ ਪਾਣੀਆਂ ਦੇ ਮਸਲੇ ਤੇ ਉਹਨਾਂ ਨੂੰ ਲੋਕਾਂ ਨੂੰ ਲੜਾਉਂਦੇ ਨੇ। ਇਹੀ ਕੰਮ ਉਹਨਾਂ ਨੇ, ਕਿਉਂਕਿ ਉੱਥੇ ਤਾਂ ਲੜਾਈ ਭਾਰਤੀ ਰਾਜ ਨਾਲ ਰਲ ਕੇ ਲੜ ਰਹੇ ਸੀ। ਉਹਨਾਂ ਦੇ ਆਪਸੀ ਬਖਰੇਵਿਆਂ ਨੂੰ ਹਵਾ ਦੇਣੀ, ਇੱਕ ਦੂਜੇ ਪ੍ਰਤੀ ਤੁਅੱਸਬ ਪੈਦਾ ਕਰਨੇ, ਜਿਹੜੇ ਮੌਜੂਦ ਤੁਅੱਸਬ ਹੈ ਉਹਨਾਂ ਨੂੰ ਡੂੰਘੇ ਕਰਨਾ, ਇਹ ਕੰਮ ਭਾਰਤੀ ਰਾਜ ਨੇ ਉੱਥੇ ਕੀਤਾ ਤੇ ਸਭ ਤੋਂ ਵੱਧ ਬੀਜੇਪੀ ਨੇ ਕੀਤਾ। ਦੇਖੋ ਕਾਂਗਰਸ ਨੇ ਵੀ ਕੀਤਾ। ਅਸਾਮ ਹੈ, ਅਸਾਮ ਦੀ ਨੈਸ਼ਨੈਲਿਟੀ ਦੀ ਬਹੁਤ ਵੱਡੀ ਮੂਵਮੈਂਟ ਰਹੀ ਹੈ, ਸਟਰਗਲ ਰਹੀ ਹੈ। 80ਵਿਆਂ ਦੇ ਸ਼ੁਰੂ 'ਚ ਅਸਾਮੀ ਜਿਹੜੀ ਕੌਮੀਅਤ ਦੀ ਲੜਾਈ ਨੂੰ ਫੇਟ ਮਾਰਨ ਵਾਸਤੇ, ਕੁਚਲਣ ਵਾਸਤੇ ਬਕਾਇਦਾ ਇਹਨਾਂ ਨੇ ਪਲੈਨਡ ਤਰੀਕੇ ਨਾਲ ਆ ਜਿਹੜੀ ਵਿੱਚੇ RSS ਤੇ ਵਿੱਚੇ ਇੰਦਰਾ ਗਾਂਧੀ ਹਕੂਮਤ, ਇਹਨਾਂ ਨੇ ਰਲ ਕੇ ਅਸਾਮੀ ਕੌਮੀਅਤ ਦੀ ਲੜਾਈ ਨੂੰ ਹਿੰਦੂ ਜਿਹੜੀ ਮੁਸਲਿਮ ਆ ਉਹ ਧਰਮਾਂ ਦੀ ਲੜਾਈ ਦੀ ਰੰਗਤ ਦਿੱਤੀ ਹੈ। ਉੱਥੇ ਵੱਡੇ ਫਿਰਕੂ ਦੰਗੇ ਕਰਾਏ ਆ, ਕਤਲੇਆਮ ਕਰਾਏ ਆ। ਅਸਾਮੀ ਕੌਮੀਅਤ ਦੀ ਲੜਾਈ ਕੌਮੀਅਤ ਦੀ ਪਛਾਣ ਵਜੋਂ ਪਿੱਛੇ ਧੱਕੀ ਗਈ ਤੇ ਉਹ ਹਿੰਦੂ ਤੇ ਉਹਦੇ ਵਜੋਂ ਮੂਹਰੇ ਆ ਗਈ, ਤੇ ਅਸਾਮੀ ਹੋਣ ਦਾ ਅਰਥ ਹੈ ਜਿਹੜਾ ਉਹ ਹਿੰਦੂ ਅਸਾਮੀ ਬਣਾਤਾ ਇਹਨਾਂ ਨੇ। ਇਹੀ ਕੰਮ ਹੈ ਜਿਹੜਾ ਹੁਣ ਉਹ ਮਨੀਪੁਰ ਦੇ ਵਿੱਚ ਇਹਨਾਂ ਨੇ ਕੀਤਾ। ਆਪਾਂ ਮਨੀਪੁਰ ਦੀ ਵੀ ਗੱਲ ਕਰ ਲੈਂਦੇ ਹਾਂ ਜੀ। ਫਿਰ ਉਹ ਟਰਨਿੰਗ ਪੁਆਇੰਟ ਕੀ ਆ, ਕਿਸ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਬਣਾਇਆ ਗਿਆ ਕਿ ਹੁਣ ਸਥਿਤੀ ਇਹ ਪਹੁੰਚ ਗਈ ਵੀ ਮਤਈ ਹਿੰਦੂ ਤੇ ਕੁਕੀ ਨਾਗੇ ਕ੍ਰਿਸਚਨ ਉਹ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਦੀ ਸਥਿਤੀ ਉਹ ਬਣ ਗਈ ਆ? ਇਹ ਕਿਵੇਂ ਹੋਇਆ? ਇਹਦੇ ਪਿੱਛੇ ਤਾਂ ਹੁਣ ਦੇਖੋ ਰੀਸੈਂਟ ਜਿਹੜਾ ਆਹ ਗੱਲ ਹੈ, ਜਦੋਂ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਇੱਕ ਤਾਂ ਗੱਲ ਹੈ ਵੀ ਇਹਨਾਂ ਨੇ ਇਹ ਪਲਾਨ ਕੀਤਾ ਵੀ ਜਿਹੜੇ ਮਤਈ ਭਾਈਚਾਰਾ ਉਹਨਾਂ ਨੂੰ ਆਪਦੇ ਵੋਟ ਬੈਂਕ ਵਜੋਂ ਪੱਕੇ ਕਰਨ ਵਾਸਤੇ, ਕਿਉਂਕਿ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ, ਇਸ ਕਰਕੇ ਹਿੰਦੂ ਧਰਮ ਨੂੰ ਖਤਰਾ, ਦੂਜਿਆਂ ਤੋਂ ਖਤਰਾ ਜਿਹੜਾ ਇਹ ਬਾਕੀ ਦੇਸ਼ 'ਚ ਕੰਮ ਕਰਦੇ ਉਹੀ ਇਹਨਾਂ ਨੇ ਉੱਥੇ ਕੀਤਾ। ਮਤਈ ਭਾਈਚਾਰੇ ਨੂੰ ਇੱਕ ਤਰ੍ਹਾਂ ਆਪਦੇ ਨਾਲ ਗੰਢਣ ਵਾਸਤੇ ਇਹਨਾਂ ਨੇ ਇੰਫਾਲ ਵਾਦੀ 'ਚੋਂ ਅਫਸਪਾ ਹਟਾਇਆ, ਇਸ ਵਾਦੀ 'ਚੋਂ ਪਹਿਲਾਂ। ਹਾਲਾਂਕਿ ਜਿਹੜਾ ਮਨੀਪੁਰ ਦਾ ਬਾਕੀ ਵੱਡਾ ਏਰੀਆ ਜਿਹੜਾ ਆਲੇ ਦੁਆਲੇ ਦਾ ਜੰਗਲੀ ਏਰੀਆ, ਉਸ ਏਰੀਏ 'ਚ ਅਫਸਪਾ ਲੱਗਿਆ ਹੋਇਆ, ਉੱਥੇ ਫੌਜਾਂ ਤੈਨਾਤ ਨੇ। ਇਸ ਇੰਫਾਲ ਦੇ ਏਰੀਏ 'ਚੋਂ ਆਲੇ ਦੁਆਲੇ 'ਚੋਂ ਉਹ ਹਟਾਇਆ। ਇੱਕ ਤਾਂ ਇਹਨਾਂ ਨੇ ਇਹ ਕੰਮ ਕੀਤਾ। ਹਥਿਆਰ ਚੋਰੀ ਹੋਣ ਦੀਆਂ ਉੱਥੋਂ ਖਬਰਾਂ ਆਈਆਂ ਵੀ ਵੱਡੀ ਪੱਧਰ ਤੇ ਚੋਰੀ ਹੋਏ ਆ, ਖਾਸ ਕਰਕੇ ਜਿਹੜੇ ਬਹੁਤ ਮਾਰੂ ਹਥਿਆਰ ਨੇ, ਜਿਹੜੇ ਸੋਫਿਸਟੀਕੇਟਡ ਵੈਪਨ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਉੱਥੋਂ ਚੋਰੀ ਹੋਏ ਆ ਤੇ ਉਹ ਮੁੱਖ ਤੌਰ 'ਤੇ ਮਤਈ ਭਾਈਚਾਰੇ ਕੋਲੇ ਗਏ ਆ। ਇਹਦਾ ਅਰਥ ਕੀ ਹੈ? ਇਹਨੂੰ ਇੰਟਰਪ੍ਰੈਟ ਤਾਂ ਹੁਣ ਇੰਨਾ ਹੀ ਕਹਿਣਾ ਕਾਫੀ ਹੈ, ਇਹ ਬਿਨਾਂ ਸਰਕਾਰ ਦੀ ਪਲੈਨਿੰਗ ਤੋਂ ਨਾ ਹਥਿਆਰ ਚੋਰੀ ਹੋਣ, ਨਾ ਉਹਨਾਂ ਦੀ ਸ਼ਹਿ ਤੋਂ ਬਿਨਾਂ ਇਹ ਵਾਪਰੇ, ਤੇ ਰਿਕਵਰ ਬਹੁਤ ਥੋੜ੍ਹੇ ਹੋਏ ਆ। ਉਹਨਾਂ ਨੂੰ ਵੀ ਪਤਾ ਹੈ ਇਹ ਗੱਲ, ਸਾਰੇ ਮਨੀਪੁਰ 'ਚ ਜਾਂ ਉੱਥੋਂ ਦੇ ਆਲੇ ਦੁਆਲੇ 'ਚ ਲੋਕਾਂ ਨੂੰ ਪਤਾ ਵੀ ਉਹ ਕਿਹੜੇ ਭਾਈਚਾਰੇ ਕੋਲੇ ਰਹੇ ਨੇ। ਇੱਕ ਤਰ੍ਹਾਂ ਇੱਕ ਭਾਈਚਾਰੇ ਨੂੰ ਇਹਨਾਂ ਨੇ ਸ਼ਿਸ਼ਕਰਿਆ, ਹਾਈ ਕੋਰਟ ਤੋਂ ਡਿਸੀਜਨ ਕਰਵਾਇਆ। ਹਾਲਾਂਕਿ ਕਾਨੂੰਨ ਦੇ ਮੈਰਿਟ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਦੇ ਆਧਾਰ 'ਤੇ ਕਿਸੇ ਨੂੰ ST ਦਾ ਦਰਜਾ ਦੇਣਾ, ਉਹ ਗੱਲਾਂ 'ਚ ਇਹ ਤਾਂ ਚਲੋ ਜੀ ਡਿਟੇਲ ਚਲੀ ਜਾਊਗੀ ਜੇ ਆਪਾਂ ਕਾਨੂੰਨੀ ਨੁਕਤਾ ਨਜ਼ਰ ਤੋਂ ਗੱਲ ਕਰਨੀ ਹੋਵੇ, ਉਹ ਪੂਰਾ ਵਾਜਬ ਨਹੀਂ ਉਤਰਦੀ ਇਹ ਗੱਲ, ਕਿਉਂਕਿ ਉਹ ਸਮਾਜਿਕ ਤੌਰ 'ਤੇ ਵਿਕਸਿਤ ਭਾਈਚਾਰਾ। ਮਨੀਪੁਰ ਦੀ ਸਾਰੀ ਸਮਾਜਿਕ ਜ਼ਿੰਦਗੀ 'ਚ, ਸਿਆਸੀ ਜ਼ਿੰਦਗੀ 'ਚ, ਸੱਭਿਆਚਾਰਕ ਜ਼ਿੰਦਗੀ 'ਚ ਮਤਈ ਭਾਈਚਾਰਾ ਡੋਮੀਨੇਟ ਕਰਦਾ। ਉਹ ਕੋਈ ਪਛੜੇ ਹੋਏ ਜਾਂ ਕਿਸੇ ਇਹੋ ਜਿਹੀ ਹਾਲਤ 'ਚ ਹੈਗੇ ਨਹੀਂ ਹੈ, ਪਰ ਇਹਦੇ ਬਾਵਜੂਦ ਕੋਰਟਾਂ ਕਿਵੇਂ ਚੱਲਦੀਆਂ, ਕੋਰਟਾਂ ਤੋਂ ਡਿਸੀਜਨ BJP ਕਿਵੇਂ ਕਰਾਉਂਦੀ ਹੈ ਵੀ ਆਪਾਂ ਨੂੰ ਪਤਾ। ਜਿਹਦਾ ਮਤਲਬ ਜੇ ਤੁਸੀਂ ਦੇਖੋਗੇ ਵੀ ਇਹ ਇੱਕ ਪਲੈਨਡ ਗੱਲ ਸੀ। ਜਦੋਂ ਇਹ ਡਿਸੀਜਨ ਹੋਇਆ ਤਾਂ ਓਬਵੀਅਸਲੀ ਹੈ ਵੀ ਜਿਹੜੇ ਕੁੱਕੀ ਜਾਂ ਦੂਜੇ ਕਬੀਲੇ ਨੇ ਉਹਨਾਂ ਨੇ ਇਹਨੂੰ ਅਪੋਜ਼ ਕੀਤਾ, ਕਿਉਂਕਿ ਉਹਦੇ 'ਚ ਵੀ ਇੱਕ ਕਾਰਨ ਇਹ ਵੀ ਉਹ ਪਹਿਲਾਂ ਹੀ ਜੰਗਲੀ ਜਿਹੜੇ ਜ਼ਿੰਦਗੀ ਆ, ਜਿਹੜੀ ਉਹਨਾਂ ਦਾ ਰਹਿਣ ਸਹਿਣ ਆ, ਜੰਗਲਾਂ 'ਤੇ ਨਿਰਭਰਤਾ, ਉਹ ਪਹਿਲਾਂ ਹੀ ਬੁਰੀ ਤਰ੍ਹਾਂ ਦਬਾਅ ਹੇਠ ਆਈ ਹੋਈ ਹੈ।
ਕਿਉਂਕਿ ਉਹ ਕਾਰਨ ਇਹ ਹੈ ਵੀ ਉਹ ਜੰਗਲ ਸੁੰਗੜ ਰਹੇ ਆ, ਉਹਨਾਂ ਦੇ ਉੱਤੇ ਕੰਪਨੀਆਂ ਤੇ ਜਿਹੜੇ ਲੋਕਲ ਵਪਾਰੀ ਆ ਉਹਨਾਂ ਦਾ ਗਲਬਾ ਪੈ ਰਿਹਾ, ਤੇ ਉਹਨਾਂ ਕੋਲੇ ਰੁਜ਼ਗਾਰ ਦੇ ਹੋਰ ਬਦਲਵੇਂ ਵਸੀਲੇ ਹੈ ਨਹੀਂ। ਇਸ ਕਰਕੇ ਇੱਕ ਫਰਸਟ੍ਰੇਸ਼ਨ, ਬੇਚੈਨੀ ਉਹਨਾਂ ਦੇ ਮਨਾਂ 'ਚ ਪਹਿਲਾਂ ਹੀ ਹੈ। ਇਹ ਚਰਚਾ ਪਹਿਲਾਂ ਵੀ ਸੀ ਵੀ ਜਿਹੜਾ ਇਹਨਾਂ ਨੇ ਕਾਨੂੰਨ ਪਾਸ ਕਰਨਾ, ਜਿਹਦਾ ਤੁਸੀਂ ਪਹਿਲਾਂ ਆਪਦੀ ਇੰਟਰੋਡਕਸ਼ਨ 'ਚ ਜ਼ਿਕਰ ਕੀਤਾ ਵੀ ਉਹ ਪਾਸ ਹੋਊਗਾ। ਹੁਣ ਗੱਲ ਇਹ ਹੈ ਵੀ ਕੁੱਕੀ ਭਾਈਚਾਰੇ ਦੇ ਮਨਾਂ 'ਚ ਇਹ ਗੱਲ ਬਣੀ ਵੀ ਅੱਛਾ ਹੁਣ ਮਤਈ ਹੈ ਜਿਹੜੇ ਸਾਡਾ ਹੱਕ ਮਾਰਨਗੇ। ਹੱਕ ਮਾਰਨ ਵਾਸਤੇ ਇਹਨਾਂ ਨੂੰ ਐਸਟੀ ਦਾ ਦਰਜਾ ਦਿੱਤਾ। ਐਸਟੀ ਦੇ ਦਰਜੇ ਦਾ ਉਹਨਾਂ ਨੇ ਵਿਰੋਧ ਸ਼ੁਰੂ ਕਰਤਾ। ਉਹ ਵਿਰੋਧ ਉਹਨਾਂ ਨੇ ਪ੍ਰੋਟੈਸਟ ਕੀਤੇ, ਤੇ ਇਹਨਾਂ ਪ੍ਰੋਟੈਸਟਾਂ ਨੂੰ ਇਹਨਾਂ ਨੇ ਦੋ ਭਾਈਚਾਰਿਆਂ 'ਚ ਲੜਾਈ ਦੀ ਰੰਗਤ ਦੇਤੀ। ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤੇ ਤਾਂ ਮਤਈ ਭਾਈਚਾਰਾ ਜਿਹੜਾ ਕਿ ਪਹਿਲਾਂ ਹੀ ਸ਼ਸ਼ਕਰਿਆ ਹੋਇਆ ਸੀ, ਜਿਹੜਾ ਕਿ ਹਥਿਆਰਾਂ ਨਾਲ ਲੈਸ ਕੀਤਾ ਹੋਇਆ ਸੀ, ਉਹਨੇ ਇੱਕ ਤਰ੍ਹਾਂ ਕੁੱਕੀ ਜਿਹੜੇ ਕਬੀਲੇ ਵਾਲੇ ਲੋਕ ਆ ਉਹਨਾਂ 'ਤੇ ਵੱਡਾ ਹਮਲਾ ਵਿੱਢਤਾ ਹਿੰਸਕ, ਜਿਹਦੇ 'ਚ ਫਿਰ ਤੁਹਾਨੂੰ ਜਦੋਂ ਸਾਰੇ ਲੋਕਾਂ ਨੇ ਦੇਖਿਆ ਵੀ ਔਰਤਾਂ ਨਾਲ ਕੀ ਵਿਹਾਰ ਹੋਇਆ, ਬੱਚਿਆਂ ਨਾਲ ਕੀ ਹੋਇਆ, ਬੰਦੇ ਕਤਲ ਕਿਵੇਂ ਹੋਏ ਆ। 183 ਦੇ ਲਗਭਗ ਬੰਦੇ ਉੱਥੇ ਹੁਣ ਤੱਕ ਮਾਰੇ ਜਾ ਚੁੱਕੇ ਆ, ਜਿਨ੍ਹਾਂ 'ਚੋਂ 125-30 ਦੇ ਕਰੀਬ ਜਿਹੜਾ ਉਹ ਕੁੱਕੀ ਭਾਈਚਾਰੇ ਨਾਲ ਸੰਬੰਧਿਤ ਹੈ, ਤੇ ਸ਼ਾਇਦ 50 ਦੇ ਕਰੀਬ ਬੰਦੇ ਆ ਜਿਹੜੇ ਮਤਈ ਭਾਈਚਾਰੇ ਨਾਲ ਸੰਬੰਧਿਤ ਵੀ ਨੇ, ਜਿਹੜੇ ਕਿ ਪੁਲਿਸ ਵੱਲੋਂ ਵੀ ਹੈ। ਤੇ ਪੁਲਿਸ ਨੇ ਉਹੀ ਰੋਲ ਅਖਤਿਆਰ ਕੀਤਾ ਵੀ ਜਿਹੜਾ ਹੁੰਦਾ ਵੀ ਇੱਕ ਭਾਈਚਾਰੇ ਨੂੰ ਸ਼ਿਸ਼ ਕਰਨਾ, ਦੂਜੇ ਨੂੰ ਮਾਰ ਹੇਠ ਲਿਆਉਣਾ, ਆਪ ਜਾਂ ਐਬਸੈਂਟ ਰਹਿਣਾ ਜਾਂ ਉਹਨਾਂ ਦੀ ਬੈਕਿੰਗ ਕਰਨੀ। ਇਹ ਜਾਣੀ ਕਿ ਟਰਨਿੰਗ ਪੁਆਇੰਟ ਬਣਿਆ ਇਸ ਵੇਲੇ। ਜਿਹੜਾ ਪਿਛਲੇ ਦਿਨੀ ਜੀ ਫੋਰੈਸਟ ਕੰਜ਼ਰਵੇਸ਼ਨ ਐਕਟ ਵਿੱਚ ਵੀ ਸੋਧ ਕੀਤੀ ਗਈ ਆ, ਇਸ ਗੱਲ ਨੂੰ ਮਣੀਪੁਰ ਦੀ ਘਟਨਾ ਨਾਲ ਕਿਵੇਂ ਜੋੜ ਕੇ ਵੇਖਿਆ ਜਾਵੇ? ਹਾਂ ਦੇਖੋ, ਉਹ ਬਹੁਤ ਹੀ ਸਿੱਧੇ ਤਰੀਕੇ ਨਾਲ ਗੱਲ ਹੈ ਵੀ ਜਿਹੜਾ ਜੰਗਲਾਤ ਰੱਖਿਆ ਕਾਨੂੰਨ ਹੈ, ਉਹ ਕਾਨੂੰਨ ਇਸ ਕਰਕੇ ਬਣਿਆ ਹੋਇਆ ਵੀ ਜਿਹੜੇ ਜੰਗਲ ਨੇ ਉਹ ਕਾਇਮ ਰਹਿਣੇ ਚਾਹੀਦੇ ਆ, ਉਹਦੇ 'ਤੇ ਨਿਰਭਰ ਭਾਈਚਾਰਿਆਂ ਦੇ ਹੱਕ ਕਾਇਮ ਰਹਿਣੇ ਚਾਹੀਦੇ ਆ। ਉਹ ਬਹੁਤ ਵੱਡੀ ਕਮਿਊਨਿਟੀ ਆਪਣੇ ਆਦਿਵਾਸੀਆਂ ਦੀ ਜਿਹੜੀ ਜੰਗਲਾਂ ਨਾਲ ਜਿਨ੍ਹਾਂ ਦੀ ਜ਼ਿੰਦਗੀ ਡੂੰਘੀ ਤਰ੍ਹਾਂ ਗੁੰਦੀ ਹੋਈ ਹੈ, ਉਹਨਾਂ 'ਤੇ ਨਿਰਭਰ ਹੈ, ਉਹ ਇੱਕਮਿਕ ਨੇ, ਅਤੇ ਉਹ ਰਾਈਟ ਉਹਨਾਂ ਦੇ ਸਲਾਮਤ ਰਹਿਣੇ ਚਾਹੀਦੇ ਨੇ। ਜੰਗਲ ਵੈਸੇ ਵੀ ਆਪਣੇ ਵਾਤਾਵਰਨ ਦੇ ਮਸਲਿਆਂ ਕਰਕੇ ਵੀ ਉਹ ਰਹਿਣਾ ਚਾਹੀਦਾ। ਇਹ ਪਹਿਲਾਂ ਵੀ ਉਹ ਤਾਂ ਉਹਨੂੰ ਖੋਰਦੇ ਹੀ ਆਉਂਦੇ ਨੇ, ਐਂ ਤਾਂ ਹੈ ਨਹੀਂ ਵੀ ਉਹ ਪੂਰੇ ਜੀ ਜਾਨ ਨਾਲ ਲਾਗੂ ਕੀਤਾ, ਪਹਿਲਾਂ ਵੀ ਉਹ ਕਮਜ਼ੋਰ ਕਾਨੂੰਨ ਹੀ ਸੀ। ਉਹ ਤੋਂ ਬਾਅਦ 'ਚ ਉਹਦੇ 'ਚ ਇਹਨਾਂ ਨੇ ਸੋਧਾਂ ਕਰਨ ਦੀ ਅੱਡ ਮੌਕਿਆਂ 'ਤੇ ਕੋਸ਼ਿਸ਼ ਕੀਤੀ, ਉਹਦੀ ਆਪੋਜੀਸ਼ਨ ਵੀ ਹੁੰਦੀ ਰਹੀ। ਹੁਣ ਇਹਨਾਂ ਦੀ ਵੱਡੀ ਪਲਾਨ ਇਹ ਹੈ ਵੀ ਇਹਨਾਂ ਨੇ ਨਾਰਥ ਈਸਟ ਦੇ ਵਿੱਚ ਪਾਮ ਤੇਲ ਦੇ ਦਰਖਤ ਹੈ ਜਿਹੜੇ ਉਹ ਲਾਉਣੇ ਆ। ਉਹਦੇ ਵਾਸਤੇ ਵੱਡੀ ਜਿਵੇਂ ਹਜ਼ਾਰਾਂ ਹੈਕਟੇਅਰ ਦੇ ਫਾਰਮ ਬਣਨੇ ਆ, ਉਹ ਠੇਕੇ ਆ ਜਿਹੜੇ ਇਹਨਾਂ ਨੇ ਅਮਾਨੀਆਂ ਅਡਾਨੀਆਂ ਨੂੰ ਦੇਣੇ ਆ, ਮਲਟੀਨੈਸ਼ਨਲਸ ਨੂੰ ਦੇਣੇ ਆ। ਉਹਦੇ ਵਾਸਤੇ ਬਜਟ ਵੀ ਰੱਖੇ ਜਾ ਚੁੱਕੇ ਆ ਭਾਰਤ ਸਰਕਾਰ ਦੇ ਬਜਟ ਦੇ ਵਿੱਚ। ਆ ਜਿਹੜਾ ਰੀਸੈਂਟ ਬਜਟ ਸੈਸ਼ਨ ਸੀ ਉਹਦੇ ਵਿੱਚ ਜਿਹੜਾ ਬਜਟ ਪਾਸ ਹੋਇਆ ਉਹਦੇ ਵਿੱਚ ਵੀ ਉਹਦੇ ਵਾਸਤੇ ਇਹਨਾਂ ਨੇ ਪ੍ਰੋਜੈਕਟ ਐਂ ਬਣਾਇਆ ਹੋਇਆ ਵੀ ਭਾਰਤ ਨੂੰ ਤੇਲ ਦੇ ਮਾਮਲੇ 'ਚ ਆਤਮ ਨਿਰਭਰ ਕਰਨਾ। ਪਹਿਲਾਂ ਇਹ ਆਤਮ ਨਿਰਭਰ ਸੀ, ਇਹਨਾਂ ਦੀਆਂ ਹੀ ਨੀਤੀਆਂ ਨੇ ਉਹ ਆਤਮ ਨਿਰਭਰਤਾ ਤਬਾਹ ਕੀਤੀ। ਹੁਣ ਆਤਮ ਨਿਰਭਰ ਕਰਨ ਦੇ ਨਾਂ ਦੇ ਥੱਲੇ ਨਾਰਥ ਈਸਟ ਦੇ ਵਿੱਚ ਪਾਮ ਦੀ ਦਰਖਤਾਂ ਦੀ ਖੇਤੀ ਕਰਾਉਣ ਜਾ ਰਹੇ ਹੈ। ਉਸ ਗੱਲ ਨੂੰ ਲੈ ਕੇ ਉੱਥੋਂ ਦੇ ਕਬੀਲਿਆਂ 'ਚ ਪਹਿਲਾਂ ਹੀ ਬਹੁਤ ਵੱਡੇ ਖਦਸ਼ੇ ਆ। ਜਿਵੇਂ ਪੰਜਾਬ ਦੇ ਅੰਦਰ ਝੋਨੇ ਦੀ ਖੇਤੀ ਨੇ ਪੰਜਾਬ ਦਾ ਵਾਤਾਵਰਨ ਤਬਾਹ ਕੀਤਾ, ਪਾਣੀ ਤਬਾਹ ਕੀਤਾ, ਇਹ ਤਬਾਹੀ ਉਹਨਾਂ ਨੇ ਨਾਰਥ ਈਸਟ ਦੇ ਸੂਬਿਆਂ 'ਚ ਵੀ ਕਰਨੀ ਹੈ। ਇਹ ਇਕੱਲੇ ਮਨੀਪੁਰ 'ਚ ਨਹੀਂ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਇਹਨਾਂ ਸਾਰੇ ਸੂਬਿਆਂ 'ਚ ਇਹਨਾਂ ਦੇ ਦਰਖਤ ਲਾਉਣ ਦੀ ਵਿਉਂਤ ਹੈ। ਉਹ ਕਿਉਂਕਿ ਗੈਰ ਕੁਦਰਤੀ ਫਸਲ ਹੈ, ਉੱਥੋਂ ਦੀ ਕੁਦਰਤੀ ਬਨਸਪਤੀ ਨਾਲ ਮੇਲ ਨਹੀਂ ਖਾਂਦੀ, ਅਤੇ ਉਹਨੇ ਉੱਥੇ ਪਾਣੀ ਦੀ ਵਰਤੋਂ ਹੋਰ ਕਈ ਕੁਛ ਉਹਨੇ ਉੱਥੇ ਉਜਾੜਾ ਕਰਨਾ ਹੈ। ਪਰ ਕਿਉਂਕਿ ਅਬਾਨੀਆਂ ਅਡਾਨੀਆਂ ਨੂੰ ਉਹ ਕਰਨਾ ਹੈ, ਲੈਂਡ ਜਿਹੜਾ ਆਪਣਾ ਫੋਰੈਸਟ ਕੰਜ਼ਰਵੇਸ਼ਨ ਐਕਟ ਹੈ ਉਹਦੇ 'ਚ ਸੋਧ ਦੇ ਵਿੱਚ ਨਾ ਉਵੇਂ ਹੀ ਗੱਲਾਂ ਕੀਤੀਆਂ ਗਈਆਂ ਜਿਵੇਂ ਖੇਤੀ ਕਾਨੂੰਨ ਲਿਆਉਣ ਵੇਲੇ ਕੀਤੀਆਂ ਸੀ ਵੀ ਅਸੀਂ ਜੰਗਲਾਂ ਨੂੰ ਸਾਂਭ ਕੇ ਰੱਖਣਾ, ਅਸੀਂ ਆਦਿਵਾਸੀਆਂ ਦੇ ਹੱਕਾਂ ਦੀ ਸਲਾਮਤੀ ਕਰਨੀ ਹੈ। ਖੇਤੀ ਕਾਨੂੰਨਾਂ ਦੀ ਭੂਮਿਕਾ 'ਚ ਵੀ ਐਂ ਲਿਖਿਆ ਸੀ। ਉਹ ਕੀ ਕਰਦੇ ਆ, ਭੂਮਿਕਾ 'ਚ ਚੰਗੀਆਂ ਗੱਲਾਂ ਕਰਦੇ ਆ, ਜਿਹੜੇ ਗਾਂਹ ਜਾ ਕੇ ਕੰਕਰੀਟ ਸਟੈਪ ਲੈਂਦੇ ਆ ਉਹ ਉਦੋਂ ਬਿਲਕੁਲ ਟਕਰਾਵੇਂ ਹੁੰਦੇ ਆ। ਖੇਤੀ ਕਾਨੂੰਨਾਂ 'ਚ ਖੇਤੀ ਕਾਨੂੰਨ ਕੀ ਸੀ, APMC ਮੰਡੀ 'ਤੇ ਹਮਲਾ ਸੀ। ਲੈਂਡ ਆਪਣੇ ਫੋਰੈਸਟ ਕੰਜ਼ਰਵੇਸ਼ਨ ਐਕਟ 'ਚ ਸੋਧ ਕੀ ਹੈ, ਜੰਗਲਾਂ ਦਾ ਉਜਾੜਾ ਅਤੇ ਕਬਾਇਲੀ ਭਾਈਚਾਰਿਆਂ ਦੇ ਜੰਗਲਾਂ 'ਤੇ ਅਧਿਕਾਰ ਦਾ ਖਾਤਮਾ। ਅਮਾਨੀਆਂ ਅਡਾਨੀਆਂ ਨੂੰ ਅਤੇ ਕਾਰਪੋਰੇਟ ਘਰਾਣੇ ਅਤੇ ਵਿਦੇਸ਼ੀ ਕੰਪਨੀਆਂ ਨੂੰ ਸਿੱਧੇ ਹੀ ਇੱਕ ਤਰ੍ਹਾਂ ਉਹਨਾਂ ਦੇ ਮਤਲਬ ਵਰਤੋਂ ਵਾਸਤੇ ਉਹ ਜੰਗਲ ਦੇਣੇ ਆ। ਇਹ ਜਿਹੜੀ ਬੇਚੈਨੀ ਸੀ ਕਬਾਇਲੀ ਲੋਕਾਂ 'ਚ ਇਸ ਗੱਲ ਨੂੰ ਲੈ ਕੇ, ਉਸ ਬੇਚੈਨੀ ਨੂੰ ਇੱਕ ਤਰ੍ਹਾਂ ਉਹਨਾਂ ਨੂੰ ਮਤਈ ਭਾਈਚਾਰੇ ਦੇ ਖਿਲਾਫ ਸਿੱਧਤ ਕਰਤਾ। ਅਤੇ ਜੋ ਮਤਈ ਭਾਈਚਾਰੇ ਦੇ ਅੰਦਰ ਜਿਹੜੇ ਫਾਸ਼ੀ ਇੱਕ ਤਰ੍ਹਾਂ ਲਾਮਬੰਦੀਆਂ ਹੁੰਦੀਆਂ ਵੀ ਜਿਵੇਂ ਯਾਰ ਆਪਾਂ ਤਾਂ ਜਿਵੇਂ ਇਹੋ ਜਿਹੀਆਂ ਗੱਲਾਂ ਨੂੰ ਹਵਾ ਦੇ ਕੇ ਵੀ ਆਪਾਂ ਤਾਂ 10% ਏਰੀਏ 'ਚ ਹੀ ਬੈਠੇ ਹਾਂ ਫਾਲ ਦੇ, ਇਹ 90% 'ਚ ਬੈਠੇ ਆ, ਆਪਾਂ ਨੂੰ ST ਦਾ ਦਰਜਾ ਮਿਲਣਾ ਚਾਹੀਦਾ, ਆਪਣਾ ਵੀ ਜੰਗਲਾਂ 'ਤੇ ਅਧਿਕਾਰ ਹੋਣਾ ਚਾਹੀਦਾ। ਇਹਨਾਂ ਦੇ ਅੰਦਰ ਇਹ ਚੀਜ਼ਾਂ ਨੂੰ ਹਵਾ ਦਿੱਤੀ, ਇਹੋ ਜਿਹਾ ਪ੍ਰਚਾਰ ਚਲਾਇਆ। ਬਹੁਤ ਵੱਡੀ ਸੋਸ਼ਲ ਮੀਡੀਆ 'ਤੇ ਜਿਹੜੀ ਟਰੋਲ ਇਹਨਾਂ ਦਾ ਸਿਸਟਮ ਹੈ ਉਹਨਾਂ ਨੇ ਪ੍ਰਚਾਰ ਚਲਾਇਆ ਵੀ ਜਿਹੜੇ ਇਹ ਨੇ ਕੁੱਕੀ ਨੇ ਇਹ ਤਾਂ ਮਿਆਂਮਾਰ ਤੋਂ ਆਏ ਹੋਏ ਨੇ, ਇਹ ਪ੍ਰਵਾਸੀ ਨੇ, ਇਹ ਸਮੈਕ ਅਤੇ ਜਿਹੜੀ ਆਹ ਅਫੀਮ ਅਤੇ ਉਹਦੀ ਖੇਤੀ ਆ ਇਹ ਸਮਗਲਰ ਨੇ। ਇਹੋ ਜਿਵੇਂ ਠੀਕ ਆ, ਉਹਨਾਂ ਸਾਰੇ ਸਮਾਜਾਂ ਦੇ ਵਿੱਚ ਹੀ ਇਹੋ ਜਿਹੇ ਧੰਦੇ ਵੀ ਹੈਗੇ ਨੇ, ਇਹੋ ਜਿਹੇ ਲੋਕ ਵੀ ਨੇ। ਹੁਣ ਪੰਜਾਬ 'ਚ ਚਿੱਟੇ ਵਾਲੇ ਬਥੇਰੇ ਨੇ, ਵੇਚਣ ਵਾਲੇ ਵੀ ਨੇ, ਪੀਣ ਵਾਲੇ ਵੀ ਨੇ, ਉੱਥੇ ਵੀ ਹੈਗੇ ਨੇ। ਪਰ ਜਿਹੜਾ ਹੁੰਦਾ ਵੀ ਉਹਨੂੰ ਪੂਰੇ ਭਾਈਚਾਰੇ ਦੀ ਗੱਲ ਬਣਾ ਕੇ ਇਹਨਾਂ ਨੇ ਧਮਾਤਾ। ਅਤੇ ਇਹ ਜਾਣੀ ਇਹਨਾਂ ਨੇ ਇੱਕ ਜਿਹੜਾ ਫੋਰੈਸਟ ਕੰਜ਼ਰਵੇਸ਼ਨ ਐਕਟ ਹੈ ਉਹ ਪਾਸ ਕੀਤਾ। ਪਿੱਛੇ ਗੱਲ ਇਹ ਹੈ
ਵੀ ਜਿਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਲਹਿਰ ਉੱਠੀ, ਆਈ ਨਹੀਂ ਉਹਨਾਂ ਦਾ ਉੱਥੇ ਰੋਸ ਉੱਠਣਾ ਸੀ ਤੇ ਭਾਰਤੀ ਸਰਕਾਰ ਦੇ ਖਿਲਾਫ ਸਿੱਧਤ ਹੋਣਾ ਸੀ ਤੇ ਇਹਨਾਂ ਲੋਕਾਂ ਨੇ ਰਲ ਕੇ ਭਾਰਤੀ ਸਰਕਾਰ ਦੀਆਂ ਇਹਨਾਂ ਸੋਧਾਂ ਦੇ ਖਿਲਾਫ ਲੜਨਾ ਸੀ। ਹੁਣ ਇਹ ਵਾਪਰਿਆ ਵੀ ਉਹ ਲੈਂਡ ਉਹਨਾਂ ਨੇ ਐਕਟ ਪਾਸ ਕੀਤਾ, ਉਹ ਫੋਰੈਸਟ ਉੱਥੇ ਵੱਡੇ ਬਣਾਉਣਗੇ ਆਪਣੇ ਦੂਜੇ ਜਿਹੜੇ ਇਹਨਾਂ ਦੇ ਫਾਰਮ ਪਾਮ ਆਇਲ ਟਰੀ ਦੇ, ਤੇ ਅਮਾਨੀ ਅਡਾਨੀ ਉਹਦੇ 'ਚ ਕਮਾਈਆਂ ਕਰਨਗੇ ਤੇ ਲੋਕ ਇੱਕ ਦੂਜੇ ਦੇ ਨਾਲ ਧਰਮਾਂ ਦੇ ਨਾਂ 'ਤੇ ਲੜ ਕੇ ਮਰਨਗੇ। ਇਹ ਕਰਵਾਇਆ ਉਹਨਾਂ ਨੇ। ਬਵੇਲ ਜੀ ਇਹ ਗੱਲਾਂ ਤਾਂ ਕਾਫੀ ਸਪਸ਼ਟ ਰੂਪ ਵਿੱਚ ਆਉਂਦੀਆਂ ਨੇ ਕਿ ਬੀਜੇਪੀ ਜਦੋਂ ਵੀ ਇਦਾਂ ਕਰਦੀ ਹੈ ਤਾਂ ਉਹ ਵੋਟ ਬੈਂਕ ਤਾਂ ਪੱਕਾ ਕਰਦੀ ਆ। ਹੋਰ ਬੀਜੇਪੀ ਦੇ ਕੀ ਨਿਸ਼ਾਨੇ ਨੇ ਇਸ ਤਰੀਕੇ ਦੇ ਨਾਲ ਮਣੀਪੁਰ ਵਿੱਚ ਇਦਾਂ ਹਿੰਸਾ ਨੂੰ ਭੜਕਾਉਣ ਨੂੰ? ਦੇਖੋ, ਮਣੀਪੁਰ 'ਚ ਹਿੰਸਾ ਭੜਕਾਉਣ ਰਾਹੀਂ ਬੀਜੇਪੀ ਨੇ 3 ਨਿਸ਼ਾਨੇ ਆਪਦੇ ਹਾਸਲ ਕੀਤੇ ਆ। ਇੱਕ ਗੱਲ, ਮਤਈ ਹੈ ਜਿਹੜੇ ਉਹ ਲਗਭਗ ਆਬਾਦੀ ਦਾ ਅੱਧ ਨੇ ਬਣਦੇ ਨੇ ਤੇ ਹਿੰਦੂ ਭਾਈਚਾਰੇ 'ਚੋਂ ਨੇ, ਉਹਨਾਂ ਨੇ ਇਹਨਾਂ 'ਚ ਵੋਟ ਬੈਂਕ ਪੱਕਾ ਕਰਨ ਵਾਸਤੇ ਜਿਵੇਂ ਗੁਜਰਾਤ 'ਚ ਹਿੰਦੂਆਂ 'ਚ ਕੀਤਾ ਸੀ ਜਾਂ ਹੋਰ ਥਾਵਾਂ 'ਤੇ ਵੀ ਕਰਦੇ ਆ, ਇੱਕ ਕੰਮ ਤਾਂ ਉਹਨਾਂ ਨੇ ਇਹ ਕੀਤਾ। ਦੂਜਾ ਕੰਮ ਉਹਨਾਂ ਨੇ ਇਹ ਕੀਤਾ ਜਿਹੜਾ ਮੈਂ ਕਿਹਾ ਵੀ ਉਹਨਾਂ ਨੇ ਜੰਗਲਾਤ ਰੱਖਿਆ ਕਾਨੂੰਨ ਸੋਧਿਆ, ਅਮਾਨੀਆਂ ਅਡਾਨੀਆਂ ਨੂੰ ਜੰਗਲ ਸੌਂਪਣੇ ਆ, ਉੱਥੋਂ ਦੀਆਂ ਜਿਹੜੀਆਂ ਕੀਮਤੀ ਉਹ ਜਾਇਦਾਦਾਂ ਸੌਂਪਣੀਆਂ, ਕਬਾਇਲੀਆਂ ਨੂੰ ਜੰਗਲਾਂ ਤੋਂ ਉਜਾੜਨਾ ਤੇ ਉਹਨਾਂ ਨੂੰ ਰੋਲਣ ਵਾਸਤੇ ਛੱਡਣਾ ਤੇ ਉਹਨਾਂ ਦੇ ਮੁਨਾਫੇ ਸੁਰੱਖਿਅਤ ਕਰਨੇ ਆ ਤੇ ਉਹ ਕਾਨੂੰਨ ਪਾਸ ਕਰਨਾ ਸੀ। ਉਹ ਆਪਸ 'ਚ ਲੜਾਤੇ ਤੇ ਕਾਨੂੰਨ ਪਾਸ ਹੈ ਤੇ ਇਹ ਹੁਣ ਗਾਂ ਦੀ ਕਹਾਣੀ ਹੋਊਗੀ ਵੀ ਉਹ ਕਿਵੇਂ ਹੁੰਦਾ। ਤੀਜੀ ਜਿਹੜੀ ਵੱਡੀ ਗੱਲ ਹੈ ਜਿਹੜੀ ਆਪਣੇ ਚਰਚਾ 'ਚ ਨਹੀਂ ਆ ਰਹੀ, ਉਹ ਹੈਗੀ ਹੈ ਵੀ ਉਹਨਾਂ ਨੇ ਉੱਤਰ ਪੂਰਬ ਦੇ ਅੰਦਰ ਕੌਮੀ ਜਿਹੜੀਆਂ ਲਹਿਰਾਂ ਉਹਨਾਂ ਦੀ ਕੌਮੀ ਲਹਿਰ ਨੂੰ ਕੁਚਲਣਾ ਹੈ ਤੇ ਦਬਾਉਣਾ, ਪਾੜਨਾ ਹੈ। ਇਹ ਸਾਰੇ ਸੂਬਿਆਂ 'ਚ ਉੱਥੋਂ ਦਿਆਂ 'ਚ, ਕਿਉਂਕਿ ਇਹ ਅੱਗੇ ਇੱਥੋਂ ਤੱਕ ਨਹੀਂ ਰੁਕਣੀ। ਇਹ ਜਿਹੜੀਆਂ ਕਮਿਊਨਿਟੀਆਂ ਇਹ ਇਕੱਲੇ ਮਨੀਪੁਰ 'ਚ ਨਹੀਂ, ਇਹ ਨਾਗਾਲੈਂਡ 'ਚ ਵੀ ਨੇ, ਕਿਤੇ ਵੱਧ ਪਾਪੂਲੇਸ਼ਨ ਆ ਪਰਸੈਂਟੇਜ, ਕਿਤੇ ਘੱਟ ਹੈ। ਇਹ ਮਿਜ਼ੋਰਮ 'ਚ ਵੀ ਆ, ਇਹ ਦੂਜੇ ਆਲੇ ਦੁਆਲੇ ਦੇ ਸੂਬਿਆਂ 'ਚ ਵੀ ਨੇ। ਉਹਨਾਂ ਸਾਰੇ ਥਾਵਾਂ 'ਤੇ ਅੱਗ ਜਾਣੀ ਹੈ, ਇਹ ਟਕਰਾਅ ਵਧਣੇ ਨੇ। ਇਹ ਉੱਤਰ ਪੂਰਬ ਦੀ ਜਿਹੜੀ ਕੌਮੀ ਲਹਿਰ ਹੈ, ਇਹ ਦੇਖੋ ਭਾਰਤੀ ਰਾਜ ਦਾ ਇੱਕ ਪ੍ਰਚਲਿਤ ਤਰੀਕਾ ਹੈ। ਇਹਨਾਂ ਨੇ ਕਸ਼ਮੀਰ ਦੀ ਕੌਮੀ ਲਹਿਰ ਨੂੰ ਕੁਚਲਣ ਵਾਸਤੇ ਉੱਥੇ ਕਸ਼ਮੀਰੀ ਪੰਡਤਾਂ ਦਾ ਮੁੱਦਾ ਖੜਾ ਕੀਤਾ, ਉਹਨਾਂ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕੀਤੀ। ਇਹ ਗੱਲ ਵੱਖਰੀ ਹੈ ਵੀ ਕਸ਼ਮੀਰੀ ਕੌਮੀ ਮੁਕਤੀ ਲਹਿਰ ਦੀਆਂ ਕੌਮੀ ਉਮੰਗਾਂ ਇੰਨੀਆਂ ਜ਼ੋਰਦਾਰ ਹੈ ਵੀ ਉਹਨੂੰ ਧਾਰਮਿਕ ਲਹਿਰ ਨਹੀਂ ਬਣਾ ਸਕੇ, ਧਰਮ ਦੀ ਰੰਗਤ ਨਹੀਂ ਚਾੜ ਸਕੇ ਤੇ ਲੜਾ ਨਹੀਂ ਸਕੇ ਆਪਸ 'ਚ ਲੋਕਾਂ ਨੂੰ। ਉਹ ਲਹਿਰ ਜਾਰੀ ਹੈ, ਚਾਹੇ ਕਮਜ਼ੋਰ ਹੈ ਚਾਹੇ ਜਿਵੇਂ ਵੀ ਹੈ। ਇਹਨਾਂ ਨੇ ਅਸਾਮੀ ਕੌਮੀਅਤ ਦੀ ਲੜਾਈ ਨੂੰ ਕੁਚਲਿਆ, ਉੱਥੇ ਹਿੰਦੂ ਜਿਹੜਾ ਉਹ ਮੁਸਲਿਮ ਦਾ ਪੱਤਾ ਖੇਡਿਆ ਤੇ ਉੱਥੇ ਲੜਾਇਆ। ਇੱਥੇ ਵੀ ਇਹ ਪਹਿਲਾਂ ਵੀ ਕਬੀਲਿਆਂ ਦੇ ਅੰਦਰ ਟਕਰਾਵਾਂ ਨੂੰ ਹਵਾ ਦਿੰਦੇ ਆਉਂਦੇ ਆ। ਇਹਨਾਂ ਨੇ ਇਸ ਲਹਿਰ ਨੂੰ ਕੁਚਲਣ ਵਾਸਤੇ ਸਮਝੌਤਾ ਵਾਰਤਾ ਚਲਾਈਆਂ ਲੰਬੀਆਂ, 30 ਸਾਲਾਂ ਤੋਂ ਸਮਝੌਤਾ ਵਾਰਤਾ ਚੱਲਦੀ ਆਉਂਦੀ ਹੈ। ਉਸ ਆੜ ਦੇ ਵਿੱਚ ਇਹ ਇੱਕ ਦੂਜੇ ਪ੍ਰਤੀ ਤੁਅੱਸਬ ਪੈਦਾ ਕਰਨਾ, ਇੱਕ ਨੂੰ ਰਾਇਤ ਦੇਤੀ ਦੂਜੇ ਨੂੰ ਉਹਦੇ ਖਿਲਾਫ ਲੜਾਤਾ, ਲੀਡਰਸ਼ਿਪਾਂ 'ਚ ਸੰਨ ਲਾਉਣਾ, ਐਂ ਕਰਕੇ ਇਹਨਾਂ ਨੇ ਕੌਮੀ ਲਹਿਰ ਨੂੰ ਨਾਰਥ ਈਸਟ ਵਾਲੀ ਨੂੰ ਕੁਚਲਿਆ। ਉਹਦੇ 'ਚ ਹੁਣ ਇਹਨਾਂ ਦਾ ਜਿਹੜਾ ਇੱਕ ਨਿਸ਼ਾਨਾ ਵੱਡਾ ਇਹ ਹੈ ਵੀ ਇਸ ਲਹਿਰ ਨੂੰ ਨਜਿੱਠਣ ਵਾਸਤੇ ਉਹਨਾਂ ਨੂੰ ਆਪਸ 'ਚ ਲੜਾਓ ਤੇ ਉਹ ਜਿਹੜੇ ਉਹਨਾਂ 'ਚ ਤੁਅੱਸਬ ਪੈਦਾ ਕਰੋ, ਭਰਾ ਮਾਰ ਲੜਾਈ 'ਚ ਧੱਕੋ। ਇਹ 3 ਨਿਸ਼ਾਨੇ ਆ ਜਿਹੜੇ ਉਹ ਬੀਜੇਪੀ ਨੇ ਇਹਦੇ ਰਾਹੀਂ ਹਾਸਲ ਕੀਤੇ ਆ। ਸਭ ਤੋਂ ਵੱਡੀ ਗੱਲ ਦੇਖੋ, ਇਹ ਜਿਹੜੀ ਮੈਂ ਲਾਸਟ ਦੇ ਇਹਦੇ 'ਚ ਹੈ ਵੀ ਬੀਜੇਪੀ ਨੇ ਇੱਕ ਤਰ੍ਹਾਂ ਜਿਹੜਾ ਆਪਦੀਆਂ ਫਾਸ਼ੀ ਲਾਮਬੰਦੀਆਂ ਕਰਨ ਦੀ ਤਾਕਤ ਜ਼ਾਹਰ ਕੀਤੀ ਹੈ। ਇਹ ਕਿਉਂਕਿ ਉੱਥੇ ਜੇ ਕਾਰਪੋਰੇਟਾਂ ਦੀ ਸੇਵਾ ਕਰਨੀ, ਉਹ ਇਕੱਲੇ ਅਬਾਨੀ ਅਡਾਨੀ ਦੀ ਸੇਵਾ ਨਹੀਂ, ਅਬਾਨੀ ਅਡਾਨੀ ਤੋਂ ਵੀ ਵੱਡੇ ਮਲਟੀਨੈਸ਼ਨਲਸ ਸਾਮਰਾਜੀ ਕੰਪਨੀਆਂ, ਇਹ ਉਹਨਾਂ ਸਾਹਮਣੇ ਵੀ ਮਾਡਲ ਹੈ ਵੀ ਤੁਸੀਂ ਆਓ। ਜਿਹੜਾ ਕੰਮ ਉਹ ਕਹਿੰਦੇ ਵੀ ਕਾਂਗਰਸ ਨੇ ਜੰਗਲਾਂ 'ਚ ਤੁਹਾਨੂੰ ਕਬਜ਼ੇ ਕਰਾਉਣ ਵਾਸਤੇ ਫੇਲ ਹੋ ਗਈ, ਉਹ ਤੋਂ ਕਰਾਏ ਨਹੀਂ ਗਏ। MOU ਅੜੇ ਪਏ ਰਹੇ, ਜਿਹੜੇ ਕੰਪਨੀਆਂ ਦੇ MOU ਸਟੇਟਾਂ ਨਾਲ ਹੋਏ, ਉਹ ਕਹਿੰਦੇ ਅਸੀਂ ਸਿਰੇ ਚੜਾਵਾਂਗੇ, ਐਂ ਚੜਾਵਾਂਗੇ, ਨਾਲੇ ਵਿਰੋਧ ਭੰਨਾਂਗੇ, ਨਾਲੇ ਤੁਹਾਡੇ ਮੁਨਾਫੇ ਸੁਰੱਖਿਅਤ ਕਰਾਂਗੇ, ਕਿਉਂਕਿ ਸਾਡੇ ਕੋਲੇ ਫਾਸ਼ੀ ਲਾਮਬੰਦੀਆਂ ਕਰਨ ਵਾਲੀ ਮਸ਼ੀਨਰੀ ਹੈ। ਇਹਦੇ ਜ਼ੋਰ 'ਤੇ ਬੀਜੇਪੀ ਜਿਹੜੀ ਉਹ ਆਰਥਿਕ ਸੁਧਾਰ ਲਾਗੂ ਕਰ ਰਹੀ ਹੈ, ਇਹ ਉਹਨਾਂ ਦਾ ਨਿਸ਼ਾਨਾ ਹੈ। ਬਵੇਲ ਜੀ, ਆਪਾਂ ਪੰਜਾਬ 'ਚ ਬੈਠੇ ਹਾਂ, ਤੁਸੀਂ ਵੀ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਲਹਿਰਾਂ ਉੱਠਦੀਆਂ ਨੇ ਉਹਨਾਂ ਨਾਲ ਜੁੜੇ ਹੋਏ ਹੋ। ਪੰਜਾਬ ਦੇ ਲੋਕ ਇਹਨੂੰ ਕਿਹੜੇ ਪ੍ਰਸੰਗ ਦੇ ਵਿੱਚ ਵੇਖਣ? ਪੰਜਾਬ ਦੇ ਲੋਕ ਕਿਹੜੀ ਭੂਮਿਕਾ ਨਿਭਾ ਸਕਦਾ, ਜੇ ਤੋਂ ਕੀ ਸੇਧ ਲੈ ਸਕਦਾ ਜੋ ਕੁਝ ਮਣੀਪੁਰ ਦੇ ਵਿੱਚ ਹੋ ਰਿਹਾ? ਦੇਖੋ, ਇਹ ਗੱਲ ਬਹੁਤ ਚੰਗੀ ਹੈ ਵੀ ਪੰਜਾਬ 'ਚ ਇਹਦੇ ਖਿਲਾਫ ਆਵਾਜ਼ ਉੱਠੀ ਹੈ। ਇਹ ਆਵਾਜ਼ ਉੱਠੀ ਹੈ ਔਰਤਾਂ ਨੂੰ, ਮਤਲਬ ਜੋ ਉਹਨਾਂ ਨਾਲ ਬੇਪਤੀ ਕੀਤੀ, ਜੋ ਵਾਪਰਿਆ, ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ, ਉਹਦੇ ਖਿਲਾਫ ਲੋਕਾਂ 'ਚ ਰੋਸ ਜਾਗਿਆ, ਉਹ ਆਵਾਜ਼ ਹੈ। ਪਰ ਇਹ ਗੱਲ ਇੱਦੋਂ ਅੱਗੇ ਜਾਣੀ ਚਾਹੀਦੀ ਹੈ, ਅੱਗੇ ਆਉਂ ਜਾਣੀ ਚਾਹੀਦੀ ਹੈ ਵੀ ਪੰਜਾਬ ਖੇਤੀ ਕਾਨੂੰਨਾਂ ਖਿਲਾਫ ਲੜਿਆ, ਉਹਨਾਂ ਨੇ APMC ਮੰਡੀ ਬਚਾਉਣ ਦੀ ਲੜਾਈ ਲੜੀ, ਖੇਤੀ ਬਚਾਉਣ ਦੀ ਲੜਾਈ ਲੜੀ। ਅੱਜ ਜੰਗਲਾਂ 'ਤੇ ਅਟੈਕ ਆ ਤਾਂ ਇੱਕ ਜਮਹੂਰੀ ਤਾਕਤ ਵਜੋਂ ਭਾਰਤ ਦੇ ਉਹਨਾਂ ਲੋਕਾਂ ਨੂੰ, ਪੰਜਾਬ ਦੇ ਜਿਹੜੇ ਜਾਗੇ ਹੋਏ ਲੋਕ ਆ, ਉਹਨਾਂ ਵੱਲੋਂ ਸੰਦੇਸ਼ ਜਾਣਾ ਚਾਹੀਦਾ ਵੀ ਇਹ ਤੁਹਾਨੂੰ ਆਪਸ 'ਚ ਲੜਾਇਆ ਜਾ ਰਿਹਾ, ਤੁਸੀਂ ਆਪਸ 'ਚ ਨਾ ਲੜੋ, ਇਹਦੀ ਥਾਂ ਰਲ ਕੇ ਭਾਰਤੀ ਰਾਜ ਖਿਲਾਫ, ਭਾਰਤੀ ਹਕੂਮਤ ਖਿਲਾਫ ਲੜੋ। ਇਹ ਸੰਦੇਸ਼ ਪੰਜਾਬ ਤੋਂ ਜਾਣਾ ਚਾਹੀਦਾ ਵੀ ਜਿਹੜਾ ਪੰਜਾਬ ਨਾ ਸਿਰਫ ਪੰਜਾਬੀ ਕੌਮੀਅਤ, ਨਾਰਥ ਈਸਟ ਦੀਆਂ ਕੌਮੀਅਤਾਂ, ਆਪਣੀ ਬੰਗਾਲੀ ਕੌਮੀਅਤ, ਇਸ ਭਾਰਤੀ ਰਾਜ ਦੇ ਅਧੀਨ ਸਾਰੀਆਂ ਕੌਮੀਅਤਾਂ ਰਲ ਕੇ ਭਾਰਤੀ ਰਾਜ ਖਿਲਾਫ ਤੇ ਇਹਦੇ ਸਰਪ੍ਰਸਤ ਸਾਮਰਾਜ ਦੇ ਖਿਲਾਫ ਲੜੋ ਤੇ ਲੋਕਾਂ ਦਾ ਰਾਜ ਕਾਇਮ ਕਰਨ ਦੀ ਲੜਾਈ ਸਾਂਝੀ ਲੜਾਈ ਹੈ। ਨਾਰਥ ਈਸਟ ਦੇ ਲੋਕਾਂ ਦੀ ਮੂਵਮੈਂਟ ਹੈ ਜਿਹੜੀ, ਉਹ ਆਪਸ 'ਚ ਲੋਕ ਭਿੜਨ ਦੀ ਥਾਂ ਉਹਨੂੰ ਭਾਰਤੀ ਰਾਜ ਦੇ ਖਿਲਾਫ ਤੇਜ਼ ਕਰਨ। ਪੰਜਾਬ ਦੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਵੀ ਮਨੀਪੁਰ ਤੇ ਉੱਤਰ ਪੂਰਬ ਦੇ ਰਾਜਾਂ 'ਚੋਂ ਆਪਸ ਹਟਾਓ, ਫੌਜਾਂ ਵਾਪਸ ਬੁਲਾਓ,
ਉਹਨਾਂ ਨੂੰ ਸਵੈ ਨਿਰਣੇ ਦਾ ਜਿਹੜਾ ਕੌਮੀਅਤਾਂ ਨੂੰ ਸਵੈ ਨਿਰਣੇ ਦਾ ਹੱਕ ਦਿਓ ਵੀ ਉਹ ਆਪ ਚੋਣ ਕਰਨ ਵੀ ਉਹਨਾਂ ਨੇ ਭਾਰਤੀ ਰਾਜ ਨਾਲ ਰਹਿਣਾ ਕਿ ਜੇ ਉਹ ਅੱਡ ਹੋਣਾ ਚਾਹੁੰਦੇ ਨੇ ਉਹਨੂੰ ਅੱਡ ਹੋਣ ਦਾ ਅਖਤਿਆਰ ਵੀ ਦਿਓ। ਅਤੇ ਸਭ ਤੋਂ ਵੱਧ ਕੇ ਉਹਨਾਂ ਨੂੰ ਇਹ ਸੰਦੇਸ਼ ਦਿਓ ਵੀ ਆਪ ਦੀਆਂ ਜਿਹੜੀਆਂ ਕੌਮੀ ਮੁਕਤੀ ਲਹਿਰਾਂ ਇਹਨਾਂ ਲਹਿਰਾਂ ਨੂੰ ਸਾਮਰਾਜ ਵਿਰੋਧੀ ਜਗੀਰਦਾਰ ਵਿਰੋਧੀ ਲਹਿਰਾਂ 'ਚ ਬਦਲੋ। ਪੰਜਾਬ ਦੇ ਲੋਕ, ਹਰਿਆਣੇ ਦੇ ਲੋਕ, ਗੁਜਰਾਤ ਦੇ, ਮਹਾਰਾਸ਼ਟਰ ਦੇ, ਬੰਗਾਲ ਦੇ, ਇਹ ਸਾਰੇ ਲੋਕ ਰਲ ਕੇ ਸਮੇਤ ਕਸ਼ਮੀਰ ਤੇ ਸਮੇਤ ਉੱਤਰ ਪੂਰਬ ਦੀਆਂ ਕੌਮੀਅਤਾਂ ਇਹ ਰਲ ਕੇ ਆਪਦੀਆਂ ਜਿਹੜੀ ਕੌਮੀ ਨਿਰਣੇ ਦਾ ਹੱਕ ਵੀ ਤਾਂ ਹੀ ਲੈ ਸਕਣਗੀਆਂ ਜੇ ਸਾਮਰਾਜ ਦੇ ਖਿਲਾਫ ਤੇ ਜਗੀਰਦਾਰੀ ਦੇ ਖਿਲਾਫ ਜਿਹੜੇ ਭਾਰਤੀ ਰਾਜ ਜਿਨ੍ਹਾਂ ਦੇ ਜ਼ੋਰ ਤੇ ਰਾਜ ਕਰਦਾ ਉਹਦੇ ਖਿਲਾਫ ਆਪਦੀ ਲੜਾਈ ਨੂੰ ਸੇਧਤ ਕਰਨ। ਪੂਰਾ ਸੰਦੇਸ਼ ਹੈ ਜਿਹੜਾ ਪੰਜਾਬ ਦੇ ਲੋਕਾਂ ਦਾ ਉਹ ਇਹ ਬਣਦਾ। ਇਹ ਗੱਲ ਠੀਕ ਹੈ ਵੀ ਪੰਜਾਬ ਦੀਆਂ ਜਨਤਾ ਦੀਆਂ ਜਥੇਬੰਦੀਆਂ ਅੱਜ ਜਿਹੜੇ ਪੱਧਰਾਂ ਤੇ ਖੜੀਆਂ, ਜਿੱਥੇ ਵੀ ਖੜੀਆਂ, ਉਹਨਾਂ ਨੂੰ ਫੌਰੀ ਤੌਰ ਤੇ ਇਹ ਮੰਗ ਕਰਨੀ ਚਾਹੀਦੀ ਹੈ ਵੀ ਮਨੀਪੁਰ 'ਚ ਅਮਨ ਕਾਇਮ ਕਰੋ, ਉੱਥੇ ਜਿਹੜਾ ਆਪਸ 'ਚ ਭਾਈਚਾਰਿਆਂ ਨੂੰ ਲੜਾਉਣਾ ਬੰਦ ਕਰੋ, ਜਿਹੜੇ ਫਿਰਕੂ ਹਿੰਸਾ ਦੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਓ, ਜਿਹੜੇ ਸਿਆਸੀ ਦੋਸ਼ੀ ਹੈ ਉਹਨਾਂ ਨੂੰ ਗੱਦੀਆਂ ਤੋਂ ਲਾਹੋ, ਅਤੇ ਜਿਹੜੇ ਅਮਲੀ ਤੌਰ ਤੇ ਉੱਥੇ ਕਤਲੇਆਮ ਕਰਨ ਦੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦੇ ਕੇ ਜਿਹੜਾ ਉਹ ਫਿਰਕੂ ਅਮਨ ਹੈ ਉਹ ਕਾਇਮ ਕਰੋ। ਇਹ ਮੰਗ ਬਣਦੀ ਹੈ, ਫੌਰੀ ਮੰਗ। ਬਹੁਤ ਬਹੁਤ ਧੰਨਵਾਦ। ਆਪਾਂ ਗੱਲਬਾਤ ਕੀਤੀ ਹੈ ਜੀ ਜੋ ਮਣੀਪੁਰ ਦੇ ਵਿੱਚ ਸਥਿਤੀ ਬਣੀ ਹੋਈ ਆ। ਰਿਪੋਰਟਿੰਗ ਤਾਂ ਹੋ ਰਹੀ ਹੈ ਕਿ ਜੋ ਘਟਨਾਵਾਂ ਹੋ ਰਹੀਆਂ ਨੇ, ਪਰ ਘਟਨਾਵਾਂ ਦੇ ਪਿੱਛੇ ਕੀ ਕਾਰਨ ਬਣੇ ਆ, ਇਤਿਹਾਸਕ ਤੌਰ ਤੇ ਕੀ ਹੋਇਆ, ਤੇ ਅੱਜ ਜਿਵੇਂ ਪਵੇਲ ਜੀ ਨੇ ਕਿਹਾ ਕਿ ਕੌਮੀ ਲਹਿਰਾਂ ਸੀਗੀਆਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਾਟਕ ਪਾ ਕੇ ਉਹ ਫਿਰਕੂ ਅੱਗ ਦੇ ਵਿੱਚ ਝੋਕ ਦਿੱਤਾ ਗਿਆ, ਤਾਂ ਅੱਗੇ ਕੀ ਕਰਨਾ ਬਣਦਾ ਇਹਦੇ ਬਾਰੇ ਵੀ ਗੱਲਬਾਤ ਕੀਤੀ ਹੈ। ਤੁਸੀਂ ਕੀ ਸਮਝਦੇ ਹੋ ਇਹ ਸਾਰੇ ਐਪੀਸੋਡ ਤੋਂ? ਜ਼ਰੂਰ ਆਪਣੀ ਰਾਏ, ਸੁਝਾਅ, ਸਵਾਲ ਕਮੈਂਟ ਬਾਕਸ ਵਿੱਚ ਲਿਖਿਓ ਜੀ। ਇਸ ਵੀਡੀਓ ਨੂੰ ਸਾਂਝੀ ਵੀ ਜ਼ਰੂਰ ਕਰਿਓ ਜੀ। ਦੇਖਦੇ ਰਹੋ ਦੁਨੀਆ।